हाँ जी, एक फरमाइश आई है। कोई ये है लखा सिडाना या सिडाना, इन्होंने कोई स्पीच की है धरने पे। तो हम तो जानते नहीं हैं कौन है, लेकिन देख लेते हैं। ना देखनी चाहिए। बोले सोनिहाल। ਜਿਉਂਦੇ ਵਸਦੇ ਰਹੋ ਮੇਰੇ ਪੰਜਾਬ ਹਰਿਆਣਾ ਤੇ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਯੋਧਿਓ। ਇੱਕ ਗੱਲ ਸਾਫ਼ ਹੋ ਗਈ ਕਿ ਚੀਕਾਂ ਕਢਾਤੀਆਂ, ਚੀਕਾਂ ਤੁਸੀਂ ਲੋਕਾਂ ਨੇ। ਅੜਾਟ ਪਿਆ ਹੋਇਆ ਇਸ ਸਰਕਾਰ ਦਾ, ਇਹਨਾਂ ਦੇ ਲੋਕਾਂ ਦਾ, ਚਾਹੇ ਉਹ ਪੰਜਾਬ ਦੇ ਵਿੱਚ ਬੈਠੇ ਹੋਣ, ਚਾਹੇ ਉਹ ਕਿਸੇ ਹੋਰ ਸੂਬੇ ਦੇ ਵਿੱਚ ਬੈਠੇ ਹੋਣ, ਚਾਹੇ ਇਹਨਾਂ ਦਾ ਦਲਾਲ ਮੀਡੀਆ ਹੋਵੇ। ਆਪਾਂ ਹੁਣ ਲਗਾਤਾਰ ਆ 2-3 ਦਿਨ ਹੋ ਗਏ ਇੱਕ ਪ੍ਰਾਪੇਗੰਡਾ ਜਿਹੜਾ ਹੋ ਰਿਹਾ ਇਹਨਾਂ ਦੇ ਮੀਡੀਆ ਦੁਆਰਾ। ਉਹ ਪੰਜਾਬ ਦਾ, ਕੌਮ ਦਾ ਬੱਬਰ ਸ਼ੇਰ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਸਾਡੀ ਪਹਿਚਾਣ ਨੂੰ ਲੈ ਕੇ ਗਏ ਨੇ। ਜਦੋਂ ਕਿਤੇ ਦੁਨੀਆ ਦੇ ਵਿੱਚ ਕੋਈ ਵੀ ਆਫਤ ਆਉਂਦੀ ਹੈ, ਕੋਈ ਬਿਮਾਰੀ ਫੈਲਦੀ ਹੈ, ਕਿਸੇ ਮੁਲਕ ਦੇ ਵਿੱਚ ਕੋਈ ਲੜਾਈ ਲੱਗਦੀ ਹੈ, ਕੋਈ ਭੁਚਾਲ ਆਉਂਦਾ, ਕੋਈ ਹੜ੍ਹ ਆਉਂਦਾ, ਤਾਂ ਉਹ ਸੂਰਮਾ ਸਭ ਤੋਂ ਅੱਗੇ ਹੁੰਦਾ। ਕਿਹੜਾ ਭਲਾਂ ਦੀ ਦੱਸਿਓ? ਰਵੀ ਸਿੰਘ ਖਾਲਸਾ ਏਡ ਵਾਲੇ। ਤੇ ਆ ਜੀ ਮੀਡੀਆ ਨਾਲ ਜੀ ਚੈਨਲ ਚੱਲ ਰਿਹਾ ਹੈ, ਲਗਾਤਾਰ ਇਹ ਕਹਿੰਦੇ ਨੇ ਕਿ ਅੱਤਵਾਦੀ ਹੈ, ਇਹ ਇੱਥੇ ਫੰਡਿੰਗ ਕਰਦਾ ਹੈ, ਇਹ ਮਾਹੌਲ ਨੂੰ ਖਰਾਬ ਕਰ ਰਹੇ ਆ। इतनी मदद कर रहे हैं ਉੜੀਸਾ ਦੇ ਵਿੱਚ ਹੜ੍ਹ ਆਉਂਦੇ ਨੇ, ਕਦੇ ਕੇਰਲਾ ਦੇ ਵਿੱਚ ਹੜ੍ਹ ਆਉਂਦੇ ਨੇ, ਕਦੇ ਸੁਨਾਮੀ ਚੜ ਕੇ ਆਉਂਦੀ ਹੈ। ਜਦੋਂ ਇਸ ਮੁਲਕ ਨੂੰ ਲੋੜ ਹੁੰਦੀ ਹੈ ਭੁੱਖਿਆਂ ਨੂੰ, ਪਿਆਸਿਆਂ ਨੂੰ ਅੰਨ ਦੇਣ ਦੀ, ਪਾਣੀ ਦੇਣ ਦੀ, ਕੱਪੜੇ ਦੇਣ ਦੀ, ਤਾਂ ਉਹੀ ਯੋਧਾ ਆ ਕੇ ਖੜਦਾ ਹੈ। ਉਦੋਂ ਇਹਨਾਂ ਲਈ ਕੀ ਹੁੰਦਾ? ਫਰਿਸ਼ਤਾ ਬਣ ਕੇ ਆਉਂਦਾ ਹੈ। ਅੱਜ ਜੋ ਆਪਣੀ ਕੌਮ ਲਈ, ਆਪਣੇ ਲੋਕਾਂ ਲਈ ਆ ਕੇ ਖੜਿਆ ਤਾਂ ਇਹਨਾਂ ਨੇ ਅੱਤਵਾਦੀ ਕਹਿਣਾ ਸ਼ੁਰੂ ਕਰਤਾ। ਇਹ ਯਾਦ ਰੱਖਿਓ ਗੱਲ, ਇਹ ਗੱਲਾਂ ਦਾ ਮੂੰਹ ਤੋੜ ਜਵਾਬ ਦਿਆ ਕਰੋ। ਜਦੋਂ ਅਸੀਂ ਚੁੱਪ ਹੋ ਜਾਂਦੇ ਆ ਕਿ ਕੋਈ ਗੱਲ ਨਹੀਂ ਯਾਰ, ਜਦੋਂ ਅਸੀਂ ਇਹਨਾਂ ਦੇ ਗੋਦੀ ਮੀਡੀਆ ਦਾ, ਦਲਾਲ ਮੀਡੀਆ ਦਾ ਮੂੰਹ ਤੋੜ ਜਵਾਬ ਦੇਵਾਂਗੇ, ਫੇਰ ਜਾ ਕੇ ਹਟਣਗੇ ਕਿਤੇ। ਇਹ ਗੱਲ ਹੋਰ ਤੁਹਾਡੇ ਧਿਆਨ 'ਚ ਲਿਆ ਦਿੰਨਾ, ਜੀ ਟੀਵੀ ਵਾਲਿਆਂ ਦੇ ਸਕੂਲ ਵੀ ਨੇ ਪੰਜਾਬ 'ਚ। ਅਸੀਂ ਬਾਈਕਾਟ ਕਰਨ ਲੱਗੇ ਹੋਏ ਆ ਰਿਲਾਇੰਸ ਵਾਲਿਆਂ ਦਾ, ਅਵਾਨੀਆਂ ਦਾ, ਅਡਾਨੀਆਂ ਦਾ, ਰਾਮਦੇਵ ਵਰਗਿਆਂ ਦੇ ਸਮਾਨਾਂ ਦਾ, ਇਹਨਾਂ ਦੇ ਪੰਪਾਂ ਦਾ, ਇਹਨਾਂ ਦੇ ਟਾਵਰਾਂ ਦਾ। ਪਰ ਜੀ ਟੀਵੀ ਵਾਲਿਆਂ ਦੇ ਜਿਹੜੇ ਮਾਊਂਟੇਟਰਾ ਸਕੂਲ ਹੈ, ਇੱਕ ਤਾਂ ਤੁਹਾਡੇ ਜਵਾਕ ਵੀ ਪੜ੍ਹਦੇ ਹੋਣੇ ਆ ਕਿਤੇ ਨਾ ਕਿਤੇ, ਉੱਥੇ ਵੀ ਬਾਈਕਾਟ ਕਰੋ। ਜਿਹੜਾ ਮੀਡੀਆ ਸਾਡੇ ਖਿਲਾਫ ਪ੍ਰਾਪੇਗੰਡਾ ਕਰ ਰਿਹਾ, ਦੁਰਪ੍ਰਚਾਰ ਕਰ ਰਿਹਾ, ਕੂੜ ਪ੍ਰਚਾਰ ਕਰ ਰਿਹਾ, ਉਹਨਾਂ ਦੇ ਸਕੂਲ ਖੋਲੇ ਹੋਏ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਵੀ ਬਾਈਕਾਟ ਸਾਨੂੰ ਕਰਨਾ ਚਾਹੀਦਾ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ, ਆਪਣੇ ਦਿਮਾਗ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਫਿੱਟ ਕਰ ਲਿਓ ਕਿ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਨਾ, ਦਿੱਲੀ ਤੋਂ ਕਟੜਾ ਤੇ ਅੰਮ੍ਰਿਤਸਰ ਸਾਹਿਬ ਤੋਂ ਜੈਪੁਰ, ਜਿਹੜਾ ਅਜਮੇਰ ਸ਼ਰੀਫ ਜਾਂਦਾ ਹੈ, ਰਾਜਸਥਾਨ ਨੂੰ ਜਾਂਦਾ ਹੈ, 250-250 ਫੁੱਟ ਚੌੜੇ ਉਹ ਹਾਈਵੇ ਨੇ। ਆਪਣੀਆਂ ਜ਼ਮੀਨਾਂ 'ਚ ਕਿਸੇ ਕੋਲ 5 ਕਿੱਲੇ ਹੈ, ਕਿਸੇ ਕੋਲ 10 ਕਿੱਲੇ ਹੈ, ਕਿਸੇ ਕੋਲ 2 ਕਿੱਲੇ ਹੈ। ਜਿੱਥੋਂ ਦੀ ਉਹ ਲੰਘ ਗਿਆ ਨਾ ਤਾਂ ਟੋਟੇ ਨਹੀਂ, ਟਾਕੀਆਂ ਬਣ ਕੇ ਰਹਿ ਜਾਣੀਆਂ, ਜਿਹੜੇ ਟੱਕ ਆਪਾਂ ਕਹਿੰਦੇ ਆ। ਇੱਕ ਤਾਂ ਆਪਾਂ ਨੂੰ ਇਹ ਵਿਰੋਧ ਕਰਨਾ ਚਾਹੀਦਾ ਇਹਨਾਂ ਸੜਕਾਂ ਦਾ, ਇਹਨਾਂ ਹਾਈਵੇ ਦਾ। ਭਵਾਨੀਗੜ੍ਹ ਦੇ ਵਿੱਚ 20-22 ਬੰਦੇ ਇਹਨਾਂ ਦੇ, ਉਹਨਾਂ ਲੋਕਾਂ ਨੇ ਆਪਣਿਆਂ ਨੇ ਉੱਥੋਂ ਦੀ ਨੰਗਲਾ ਹਾਈਵੇ ਇਹ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ, ਉਹਨਾਂ ਨੂੰ ਕਈ ਦਿਨ ਫੜ ਕੇ ਰੱਖੇ ਆ। ਸੋ ਉੱਥੇ ਵੀ ਤਿਆਰ ਹੋ ਜਾਓ, ਉਹ ਸੜਕਾਂ ਦਾ ਵਿਰੋਧ, ਉਹ ਹਾਈਵੇ ਦਾ ਵਿਰੋਧ ਵੀ ਅਸੀਂ ਕਰਨਾ ਨਾਲੋਂ ਨਾਲ। ਇੱਧਰ ਕਿਤੇ ਇਹ ਨਾ ਹੋਵੇ ਆਪਾਂ ਦਿੱਲੀ ਬੈਠੇ ਰਹਿ ਜਗੇ ਤੇ ਆਪਣੇ ਬਾਣਾ ਵਿਧੀ ਕੱਢ ਕੇ ਹਾਈਵੇ ਤੇ ਆਪਣੇ ਵੱਡੇ ਵੱਡੇ ਜਿਹੜੇ ਖੇਤ ਨੇ, ਟੱਕ ਨੇ, ਉਹਨਾਂ ਨੂੰ ਟਾਕੀਆਂ ਜਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡ ਦੇਣਾ। ਇਹ ਸੜਕਾਂ, ਇਹ ਹਾਈਵੇ ਆਪਣੇ ਲਈ ਥੋੜੀ ਹੈ। ਆਪਾਂ ਨੂੰ ਲੱਗਦਾ ਸੀ ਕਿ ਹਾਈਵੇ ਬਣ ਰਹੇ ਆ, ਸਾਨੂੰ ਸਹੂਲਤਾਂ ਹੋਣਗੀਆਂ, ਸਾਡੀ ਆਵਾਜਾਈ ਵਧੀਆ ਹੋ ਜੂਗੀ। ਆ ਟੈਕਸ ਲਾ ਤੇ ਇਹਨਾਂ ਨੇ, ਟੋਲ ਲਾ ਕੇ ਥਾਂ ਥਾਂ ਦੇ ਰੁਪਈਏ ਆਪਣੀਆਂ ਜੇਬਾਂ 'ਚੋਂ ਕੱਢਣੇ ਸ਼ੁਰੂ ਕਰਤੇ। ਪਰ ਇੱਕ ਗੱਲ ਦਿਮਾਗ ਦੇ ਵਿੱਚ ਰੱਖਿਓ, ਆਉਣ ਵਾਲੇ ਸਮੇਂ ਦੇ ਵਿੱਚ ਬਾਹਲੇ ਸੱਜਣ ਕਹਿ ਦਿੰਦੇ ਆ ਕਿ ਯਾਰ ਸਾਡੀ ਜ਼ਮੀਨ ਵੀ ਸੜਕ 'ਚ ਪਵਾ ਦਿਓ, ਸਾਨੂੰ ਵੀ ਪੈਸੇ ਆ ਜਾਣਗੇ। 9 ਲੱਖ ਰੁਪਇਆ ਦੇ ਰਹੇ ਆ ਇੱਥੇ ਸੜਕਾਂ ਦਾ, ਜਿਹੜਾ ਰੇਟ ਰੱਖਿਆ 9 ਲੱਖ ਰੁਪਇਆ ਭਵਾਨੀਗੜ੍ਹ ਤੰਗੂ ਰੌਲਾ ਪਿਆ। ਮੈਂ ਯਾਰ ਇੱਕੋ ਗੱਲ ਤੁਹਾਨੂੰ ਕਹਿਣਾ ਕਿ 3 ਬੰਦੇ ਦੇ, ਇਨਸਾਨ ਦੀ ਜ਼ਿੰਦਗੀ ਦੇ ਵਿੱਚ 3 ਮਾਵਾਂ ਹੁੰਦੀਆਂ ਨੇ। 3 ਪਹਿਲੀ ਮਾਂ ਹੁੰਦੀ ਹੈ ਜਿਹੜੀ ਬੰਦੇ ਨੂੰ, ਇਨਸਾਨ ਨੂੰ ਜਨਮ ਦਿੰਦੀ ਹੈ, ਜੱਗ ਦਿਖਾਉਂਦੀ ਆ।
ਸਤਿਕਾਰਯੋਗ ਮਾਂ ਹੁੰਦੀ ਆ, ਹਰ ਬੰਦਾ ਉਹਦਾ ਮਾਣ ਸਤਿਕਾਰ ਕਰਦਾ ਆਪਣੀ ਮਾਂ ਦਾ। ਦੂਜੀ ਮਾਂ ਹੁੰਦੀ ਆ ਸਾਡੀ ਬੋਲੀ, ਜਿਹੜੀ ਸਾਡੀ ਦੁਨੀਆ ਦੇ ਵਿੱਚ ਪਹਿਚਾਣ ਬਣਾਉਂਦੀ ਹੈ, ਉਹ ਮਾਂ ਬੋਲੀ ਪੰਜਾਬੀ, ਉਹਦਾ ਵੀ ਖਿਆਲ ਰੱਖਿਆ ਕਰੋ। ਤੇ ਤੀਜੀ ਮਾਂ ਹੁੰਦੀ ਆ ਧਰਤੀ ਮਾਂ, ਉਹ ਮਾਂ ਜਿਹੜੀ ਸਾਨੂੰ ਸਦੀਆਂ ਤੋਂ ਲੈ ਕੇ, ਸਾਡੇ ਪੁਰਖਿਆਂ ਤੋਂ ਲੈ ਕੇ ਵੱਡ ਵਡੇਰਿਆਂ ਤੱਕ ਪਾਲਦੀ ਪਲੋਸਦੀ ਆਈ ਰਹੀ, ਸਾਨੂੰ ਅੰਨ ਵੀ ਦਿੰਦੀ ਰਹੀ, ਸਾਨੂੰ ਹਵਾ ਪਾਣੀ ਵੀ ਉਹੀ ਦਿੰਦੀ ਹੈ। ਜਦੋਂ ਅਖੀਰ ਦੇ ਉੱਤੇ ਬੰਦਾ ਜਾਂਦਾ ਹੈ ਤੇ ਉਹੀ ਧਰਤੀ ਦੇ ਵਿੱਚ ਅਸੀਂ ਸਮੇਟ ਜਾਂਦੇ ਹਾਂ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਚਾਹੇ ਤੁਹਾਨੂੰ 1 ਕਿੱਲੇ ਦਾ 1 ਏਕੜ ਦਾ ਕੋਈ ਕਰੋੜ ਰੁਪਇਆ ਵੀ ਦੇਵੇ, 2 ਕਰੋੜ ਰੁਪਇਆ ਵੀ ਦੇਵੇ, ਅਸੀਂ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ। ਇਹ ਗੱਲ ਲੜ ਬੰਦ ਲਓ। ਬਾਹਰ ਬੈਠੇ ਮੈਂ NRI ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਦੇ ਸਾਰੇ ਪਰਿਵਾਰ ਟੱਬਰ ਬਾਹਰ ਬੈਠੇ ਆ, ਉਹ ਬਾਹਲੇ ਹੁਣ ਇਸ ਸਕੀਮ 'ਚ ਬੈਠੇ ਆ ਵੀ ਜਦੋਂ ਕਿਤੇ ਕੋਈ ਮਾੜਾ ਮੋਟਾ ਰੇਟ ਵਧੂਗਾ ਅਸੀਂ ਆਪਣੀਆਂ ਜ਼ਮੀਨਾਂ ਵੇਚ ਦੇਣੀਆਂ। ਭਰਾਵੋ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜ਼ਮੀਨਾਂ ਨੂੰ ਆਪਣੇ ਕੋਲੇ ਸਾਂਭ ਕੇ ਰੱਖੋ। ਤੁਸੀਂ ਸੌਖੀ ਰੋਟੀ ਖਾਂਦੇ ਹੋ, ਵਧੀਆ ਗੁਜ਼ਾਰਾ ਹੁੰਦਾ ਤੁਹਾਡਾ, ਪਰ ਆਪਣੀਆਂ ਜ਼ਮੀਨਾਂ ਨਾ ਵੇਚੋ। ਇਹ ਵਾਰ-ਵਾਰ ਮੈਂ ਕਿਉਂ ਗੱਲ ਕਹਿ ਰਿਹਾ, ਤੁਸੀਂ ਇਸ ਗੱਲ ਤੇ ਗੌਰ ਕਰਿਓ। ਆਉਣ ਵਾਲੇ 5-10 ਸਾਲਾਂ ਦੇ ਵਿੱਚ ਇੱਥੋਂ ਤੇਲ ਨੇ ਮੁੱਕ ਜਾਣਾ ਹੈ। ਜਿਹਦੇ ਨਾਲ ਸਾਡੀ ਮਸ਼ੀਨਰੀ ਚੱਲਦੀ ਹੈ, ਸਾਡੀਆਂ ਗੱਡੀਆਂ, ਮੋਟਰਸਾਈਕਲ, ਟਰੈਕਟਰ ਚੱਲਦੇ ਆ, ਇਹ ਤੇਲ ਨੇ ਖਤਮ ਹੋ ਜਾਣਾ। ਇਹ ਸਾਰਾ ਕੁਝ ਜਿਹੜਾ ਹੈਗਾ ਸਾਡੀ ਮਸ਼ੀਨਰੀ ਹੈ ਜਿਹੜੀ ਇਲੈਕਟ੍ਰੋਨਿਕ ਹੋ ਜਾਣੀ ਹੈ, ਬੈਟਰੀਆਂ ਤੇ ਬਿਜਲੀਆਂ ਚੱਲਣ ਲੱਗ ਜਾਣੀਆਂ ਸਾਰੀ ਮਸ਼ੀਨਰੀ ਹੈ ਜਿਹੜੀ। ਤਾਂ ਉਦੋਂ ਬਾਅਦ ਕੀ ਹੋਣਾ, ਇਸ ਪੰਜਾਬ ਦੀ ਧਰਤੀ ਨੇ, ਇਸ ਹਰਿਆਣੇ ਦੀ ਧਰਤੀ ਨੇ ਇੱਕ ਕੇਂਦਰ ਬਣਨਾ, ਇੱਕ ਹੱਬ ਬਣਨਾ, ਇੱਕ ਧੁਰਾ ਬਣਨਾ ਹੈ, ਜਿਹਦੀ ਖਾਤਰ ਆਹ ਵੱਡੇ ਹਾਈਵੇ ਬਣ ਰਹੇ ਆ ਨਾ, ਵੱਡੇ ਸੈਲੋ ਗੋਦਾਮ ਖੁੱਲ ਰਹੇ ਨੇ, ਜਿਹੜੇ ਆਪਣੇ ਸਰਹੱਦ ਦੇ ਨੇੜੇ। ਪਾਕਿਸਤਾਨ ਨੂੰ ਇਹ ਰਾਹ ਖੁੱਲਣਾ ਯਾਦ ਰੱਖਿਓ। ਪਾਕਿਸਤਾਨ ਤੋਂ ਅੱਗੇ ਕਜ਼ਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ, ਅੱਗੇ ਅਰਬ ਮੁਲਕਾਂ ਦੇ ਵਿੱਚ, ਉਦੋਂ ਅੱਗੇ ਯੂਰਪ ਮੁਲਕਾਂ ਤੱਕ ਇੱਥੋਂ ਵਪਾਰ ਹੋਣਾ। ਉਦੋਂ ਯਾਦ ਰੱਖਿਓ ਤੁਹਾਡੀਆਂ ਜ਼ਮੀਨਾਂ ਦੇ ਮੁੱਲ ਕਿਵੇਂ ਪੈਣੇ ਆ। ਅੱਜ ਜਿਹੜੇ 3 ਕਾਨੂੰਨ ਆਏ ਇਸੇ ਕਰਕੇ ਆਏ ਆ ਕਿ ਇਹਨਾਂ ਲੋਕਾਂ ਨੂੰ ਇਹਨਾਂ ਜ਼ਮੀਨਾਂ ਤੋਂ ਪਾਸੇ ਕਰ ਦਿੱਤਾ ਜਾਵੇ, ਇਹਨਾਂ ਤੋਂ ਮਾਲਕੀ ਖੋਹ ਕੇ ਇੱਥੇ ਲੱਖਾਂ ਏਕੜ ਦੇ ਫਾਰਮ ਬਣਾ ਕੇ ਉੱਥੇ ਫਿਰ ਆਰਗੈਨਿਕ ਖੇਤੀ ਕੀਤੀ ਜਾਊ। ਮੈਂ ਜੀ 21 ਤਰੀਕ ਤੋਂ ਬਾਅਦ 29 ਨੂੰ ਬੋਲਿਆ, 8 ਦਿਨ ਹੋ ਗਏ। 11 ਵਜੇ ਦਾ ਨਾਂ ਲਿਖਾਇਆ ਆ ਕੇ ਮਗਰੋਂ ਹੱਥ ਲਾਉਣੇ ਸ਼ੁਰੂ ਕਰ ਦਿੰਦੇ ਆ। ਜਵਾਬ ਦਿਓ। बाकी लोगों को बारे देखो स्टेज की मर्यादा आ, ਤੁਸੀਂ ਸਵੇਰ ਦੇ ਬੁਲਾਰੇ ਸੁਣ ਰਹੇ ਆ ਵੀ ਜਿੰਨਾ ਸਮਾਂ ਕਿਸੇ ਨੂੰ ਮਿਲਿਆ ਇੱਕ ਅੱਧਾ ਮਿੰਟ ਕੋਈ ਵੱਧ ਘੱਟ ਲੈ ਸਕਦਾ ਆ ਤੇ ਆਪਣੀ ਮਰਜ਼ੀ ਅਨੁਸਾਰ ਨਹੀਂ। ਸਟੇਜ ਦੀ ਮਰਜ਼ਾਦਾ ਆ, ਇਹ ਮਰਜ਼ਾਦਾ ਨੂੰ ਸਮਝਣਾ ਚਾਹੀਦਾ ਤੁਹਾਨੂੰ। ਮੋਦੀ ਸਰਕਾਰ ਮਰਦਾਬਾਦ, ਲੋਕਾਂ ਦਾ ਏਕਾ ਜਿੰਦਾਬਾਦ। ਇਹ ਬਿਲਕੁਲ ਠੀਕ ਨਹੀਂ ਹੈਗਾ। ਇਹ नजारे करे बोलने दो, उसको बोलने दो। ਰੌਲਾ ਨਹੀਂ ਪਾਉਂਦਾ। ਮੈਂ ਰੌਲਾ ਪਾਉਣਾ, ओला ਮੈਂ चलो ਰੌਲਾ ਪਾਉਣਾ। आपस में चले ਖੜ ਜਾਓ ਯਾਰ ਵੀਰੇ, ਖੜ ਜਾਓ। ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਮੈਂ ਅੱਕ ਕੇ ਬੋਲਿਆ ਸਟੇਜ ਤੇ ਗੱਲ। 1 ਮਿੰਟ ਬਾਬਾ ਜੀ, 1 ਮਿੰਟ ਮੈਨੂੰ ਬੋਲ ਲੈਣ ਦਿਓ, 1 ਮਿੰਟ ਬੋਲ ਲੈਣ ਦਿਓ। 21 ਤਰੀਕ ਤੋਂ ਬਾਅਦ ਮੈਂ ਅੱਜ ਬਾਈ ਨਾਂ ਲਿਖਾਇਆ ਕਿ 8-9 ਦਿਨਾਂ ਬਾਅਦ 11 ਵਜੇ ਨਾਂ ਲਿਖਾਇਆ ਕਿ 4 ਵਜੇ ਟਾਈਮ ਦਿੰਦੇ, ਉਹ ਵੀ ਉੱਥੇ ਜਾ ਕੇ ਮੈਂ ਬੋਲ ਕੇ, ਮੈਂ ਹਰ ਕਾਰਨ ਤਾਂ ਦੱਸ ਦਿਓ ਕੀ ਆ, ਬੁਲਾਉਂਦੇ ਕਿਉਂ ਨਹੀਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਥੇ 29-30 ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੇਰੇ ਨਾਲ ਹੀ ਤਕਲੀਫ ਜ਼ਿਆਦੇ ਹੈ ਕਿ ਮੈਂ ਨਾ ਬੋਲਾਂ ਇੱਥੇ। ਉਹਨਾਂ ਨੂੰ ਫਿਕਰ ਪੰਜਾਬ ਦਾ ਘਾਟਾ ਮੇਰਾ ਜਾ ਰਿਹਾ ਹੁੰਦਾ ਵੀ ਲੱਖਾ ਆ ਗਿਆ ਕਿਤੇ ਬੋਲ ਨਾ ਜਾਵੇ। ਇਹ ਫੈਸਲਾ ਕਰ ਲਓ। ਇਹ ਰੋਜ਼ ਦੀਆਂ कौन बंदा ਚੱਲੀ ਜਾਂਦਾ ਕੰਮ। तो नहीं आपस में उनकी लड़ाई है। नहीं, ये बंदा कौन है? लखा में तो मैं ਹਾਲਾਤ तो ਨਾਲ ਲੋਕਾਂ ਦੇ जानता ही है। ਮੈਂ ਬੋਲਣਾ ਨਹੀਂ ਚਾਹੁੰਦਾ, ਮੈਂ ਅੱਕ ਕੇ ਬੋਲਿਆ। 11 ਵਜੇ ਆਇਆ, 4 ਵੱਜ ਗਏ, 5 ਘੰਟੇ ਬਿਠਾ ਕੇ ਫਿਰ ਵੀ ਮਗਰ ਅਸੀਂ ਜਾ ਕੇ ਬੇਨਤੀ ਕੀਤੀ ਆ। ਮੈਂ ਨਹੀਂ ਚਾਹੁੰਦਾ ਕਿ ਸਾਡੇ ਦਫਾੜ ਹੋਵੇ, ਇਹ ਗੱਲ ਸਰਕਾਰਾਂ ਤੱਕ ਜਾਵੇ। ਇਹ ਰੋਜ਼ ਦਾ ਕੰਮ ਇਹੀ ਹੈ ਇਹਨਾਂ ਦਾ। गलत कर रहा है ये बंदा, खुद गलत कर रहा है। ਮੇਰੀ ਕੋਈ इसको ਨਾਰਾਜ਼ਗੀ इस तरह नहीं करना चाहिए था, ਮੈਂ संगत ਦੇ ਹੈ ਅੱਗੇ ਹੱਥ इसको ऐसे नहीं ਬੰਨ੍ਹਦਾ। करना चाहिए था। ਇਹਨਾਂ ਨੂੰ ਇੱਕ ਨੂੰ ਜਿਹੜਾ ਨੂੰ ਤਕਲੀਫ ਉਹ ਆ ਕੇ ਸਟੇਜ ਤੇ ਜਵਾਬ ਦੇ ਦੇਣ ਵੀ ਮੇਰੇ ਨਾਲ ਸਮੱਸਿਆ ਕੀ ਆ, ਮੈਂ ਗਲਤ ਕੀ ਬੋਲਦਾ। जब उन्होंने कहा था अब टाइम तुम्हारा पूरा हो गया, उसे वही वाइंड अप कर लेना चाहिए था। नहीं, सही नहीं कर रहा, ठीक नहीं कर रहा।
ਸੋ ਮੈਂ ਮੇਰਾ ਵੀਰ ਚੁੱਪ ਕਰ ਜਾਓ, ਹੁਣ ਆਪਾਂ 2 ਮਿੰਟ ਹੀ ਲੈਣੇ ਆ, ਗੱਲ ਕਰ ਲੈਣ ਦੇ ਮੈਨੂੰ। ਮੈਂ ਗੱਲ ਕਰਦਾ ਸੀ ਜ਼ਮੀਨਾਂ ਨਾ ਵੇਚਣ ਦੀ, ਕਿ ਜ਼ਮੀਨਾਂ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਵੇਚਣੀਆਂ। ਉਹ ਜ਼ਮੀਨਾਂ ਨੂੰ, ਜਿਹੜੀ ਧਰਤੀ ਨੂੰ ਅਸੀਂ ਮਾਂ ਕਹਿੰਦੇ ਆ, ਯਾਦ ਰੱਖਿਓ ਆਉਣ ਵਾਲੇ 5-7 ਸਾਲਾਂ ਦੇ ਵਿੱਚ ਅਸੀਂ ਆਪਣੀਆਂ ਜੇ ਨਾ ਜ਼ਮੀਨਾਂ ਵੇਚੀਆਂ ਤਾਂ ਸਾਡੇ ਇਸ ਪੰਜਾਬ ਨੇ, ਇਸ ਹਰਿਆਣੇ ਨੇ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਨੂੰ ਪਿੱਛੇ ਛੱਡ ਦੇਣਾ। ਯਾਦ ਰੱਖਿਓ ਇਹ ਗੱਲ, ਕਿਉਂਕਿ ਆਪਾਂ ਦੇਖਿਆ ਕਰੋਨੇ ਵਰਗੀ ਮਹਾਮਾਰੀ ਦੇ ਵਿੱਚ ਦੁਨੀਆ ਦਾ ਸਾਰੇ ਕਾਰੋਬਾਰ, ਸਾਰੇ ਕਿੱਤੇ, ਹਰ ਇੱਕ ਬੰਦਾ ਚਾਹੇ ਨੌਕਰੀ ਪੇਸ਼ੇ ਵਾਲਾ, ਉਹ ਸਾਰਾ ਕੁਝ ਤਬਾਹ ਹੋ ਗਿਆ ਸੀ, ਬੰਦ ਹੋ ਗਿਆ ਸੀ, ਕਾਰੋਬਾਰ ਠੱਪ ਹੋ ਗਏ ਸੀ। ਜੇ ਚੱਲੀ ਹੈ ਤਾਂ ਕੱਲੀਆਂ ਜ਼ਮੀਨਾਂ ਤੋਂ ਚੱਲੀਆਂ ਫਸਲਾਂ ਦੀ ਗੱਲ ਚੱਲੀ ਆ ਭਰਾਵੋ। ਇਹ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਆਪਣੀ ਜ਼ਮੀਨ ਇੰਚ ਵੀ, ਜੇ ਹੁਣ ਸੜਕਾਂ ਹਾਈਵੇ ਨਿਕਲ ਰਹੇ ਆ ਉਹਦਾ ਵਿਰੋਧ ਕਰੋ, ਡਟ ਕੇ ਵਿਰੋਧ ਕਰੋ। ਪਿੰਡਾਂ ਦੇ ਵਿੱਚ ਕਮੇਟੀਆਂ ਬਣਾਓ, ਜਿੰਨਾ ਪਿੰਡਾਂ ਦੇ ਵਿੱਚ ਜਿਹੜੀਆਂ ਹਾਈਵੇ ਨਿਕਲਣੇ ਨੇ। ਸੋ ਤੀਜੀ ਗੱਲ ਮੈਂ ਅਖੀਰ ਦੇ ਉੱਤੇ ਇਹੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਆਹ ਭਰਾਵੋ ਜਿਹੜਾ ਹੁਣ ਆਪਾਂ ਦੇਖਿਆ ਕਿ 50-52 ਜਿਹੜੀਆਂ ਮੌਤਾਂ ਆਪਣੀਆਂ ਹੋਈਆਂ ਨੇ ਇੱਥੇ, कितने लोग मर ਤੇ गए। ਰਾਤ ਨੂੰ ਮੁੰਡੇ ਡਿੱਕ ਲਾ ਕੇ ਨੱਚਦੇ ਨੇ, ਭੰਗੜਾ ਪਾਉਂਦੇ ਨੇ, ਗੱਲਾਂ ਠੀਕ ਨਹੀਂ ਹੈਗੀਆਂ। ਨੌਜਵਾਨ ਮੁੰਡਿਆਂ ਦੀਆਂ ਮੌਤਾਂ ਹੋਈਆਂ। ਕੱਲ ਅਸੀਂ ਫੱਤਾ ਮਾਲੋ ਕੇ ਪਿੰਡ ਬੈਠ ਕੇ ਆਏ ਆ, 20-22 ਸਾਲ ਦਾ ਨੌਜਵਾਨ ਜਿਹਦੇ 2 ਮਹੀਨੇ ਹੋਏ ਸੀ ਵਿਆਹ ਨੂੰ, ਉਹਦਾ ਘਰ ਉੱਜੜ ਗਿਆ। ਤੇ ਅਸੀਂ ਇੱਥੇ ਯਾਰ ਖੁਸ਼ੀ ਦਾ ਕੋਈ ਮੇਲਾ ਤਾਂ ਮਨਾਉਣ ਨਹੀਂ ਆਏ। ਅਸੀਂ ਇੱਕ ਇੱਥੇ ਬਹੁਤ, ਮੈਨੂੰ ਲੱਗਦਾ ਕਿ ਠੀਕ ਆ ਚੜ੍ਹਦੀ ਕਲਾ 'ਚ ਤਾਂ ਰਹਿਣਾ ਹੀ ਹੈ, ਕਲਾ ਨਹੀਂ ਆਪਾਂ ਢੈਂਦੀ ਦੀ ਗੱਲ ਕਰਨੀ। ਪਰ ਜਦੋਂ ਰਾਤ ਨੂੰ ਬਜ਼ੁਰਗਾਂ ਕੋਲੇ ਜਾਂਦੇ ਆ ਟਰਾਲੀਆਂ 'ਚ, ਉਹ ਕਹਿੰਦੇ ਯਾਰ 2 ਵਜੇ ਡਿੱਕ ਲੱਗਿਆ ਹੁੰਦਾ, ਰੌਲਾ ਪੈਂਦਾ, ਖਰੂਦ ਪੈਂਦਾ, ਅੱਖ ਖੁੱਲ ਜਾਂਦੀ ਹੈ। ਯਾਰ ਬਜ਼ੁਰਗ ਬੰਦੇ ਹੁੰਦੇ ਆ, ਮਸਾਂ ਨੀਂਦ ਆਉਂਦੀ ਆ ਟਰਾਲੀਆਂ 'ਚ ਬੈਠਿਆਂ ਨੂੰ, ਤੇ ਆਪਾਂ ਜਾਹੇ ਕੋਲੇ ਡਿੱਕ ਵਜਾ ਦਿੰਨੇ ਆ। ਤਾਂ ਮੇਰਾ ਵੀਰ ਇਸ ਗੱਲ ਤੋਂ ਗੁਰੇਜ਼ ਕਰੋ। ਜਿਹੜੇ ਨਾਲ ਦੇ ਆਪਣੇ ਸਾਥੀ ਆ ਉਹਨਾਂ ਨੂੰ ਵੀ ਕਿਹਾ ਕਰੋ, ਜਿਹੜੇ ਟਰੈਕਟਰਾਂ ਵਾਲੇ ਆ ਨਾਲ ਦੇ ਕੋਈ ਬੰਦੇ ਰੌਲਾ ਪਾਉਂਦੇ ਆ, ਡਿੱਕ ਲਾਉਂਦੇ ਆ, ਰੋਕਿਆ ਕਰੋ। ਜਿਹੜਾ ਇਹੋ ਜਿਹਾ ਕੰਮ ਆਪਾਂ ਨਾ ਕਰਗੇ। ਅਗਲੀ ਗੱਲ ਮੈਂ ਅਪੀਲ ਕਰਨੀ ਚਾਹੁੰਦਾ, ਪੰਜਾਬ ਦੇ ਵਿੱਚ ਜਿਹੜੇ ਜੀਓ ਦੇ ਟਾਵਰ ਨੇ, ਆਪਣੇ ਰਿਲਾਇੰਸ ਦੇ ਟਾਵਰ ਨੇ, ਉਹਨਾਂ ਨੂੰ ਉਹਨਾਂ ਦੀ ਭੰਨ ਤੋੜ ਵੀ ਕਈ ਥਾਈਂ ਕੀਤੀ ਗਈ। ਉਹਨਾਂ ਦੇ ਜਨਰੇਟਰਾਂ ਮਗਰ ਪਾ ਕੇ ਖਿੱਚ ਕੇ ਗੁਰਦੁਆਰਾ ਸਾਹਿਬ ਲੈ ਕੇ ਗਏ। ਉਹ ਠੀਕ ਨਹੀਂ ਹੈਗਾ। ਉਹ ਕਿਉਂ ਨਹੀਂ ਠੀਕ? ਉਹਨਾਂ ਕੋਲੇ ਬੀਮਾ ਹੁੰਦਾ, ਕੋਈ ਫਰਕ ਨਹੀਂ ਪੈਣਾ। ਉਹਨਾਂ ਦਾ ਮੁੱਲ ਕੱਲ ਲੈਣਾ, ਸਰਕਾਰਾਂ ਨੇ ਕੀ ਤੋਂ ਕੱਢਣਾ? ਆਪਣੀਆਂ ਜੇਬਾਂ ਚੋਂ ਕੱਢਣਾ। ਕੋਸ਼ਿਸ਼ ਕਰੋ ਅਸੀਂ ਜਿਹੜੇ ਸਿਮ ਹੈਗੇ ਨੇ ਉਹਨਾਂ ਨੂੰ ਅਸੀਂ ਬਦਲਾਈਏ, ਆਰਥਿਕ ਤੌਰ ਤੇ ਸੱਟ ਮਾਰ ਗਏ। ਜੇ ਅਸੀਂ ਇਹ ਬਿਨਾਂ ਗੱਲ ਤੋਂ ਉੱਥੇ ਕੋਈ ਮੁਕੱਦਮੇ ਦਰਜ ਕਰਾ ਕੇ ਬੈਠ ਗਏ ਤਾਂ ਉਸ ਗੱਲ ਦਾ ਫਾਇਦਾ ਨਹੀਂ ਹੋਣਾ। ਉਹ ਕੰਮ ਕਰੋ ਜਿਹਦੇ ਨਾਲ ਸੱਟ ਜ਼ਿਆਦੇ ਲੱਗੇ ਪਰ ਪਤਾ ਵੀ ਨਾ ਲੱਗੇ। ਪਰ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਆ ਕੇ ਹੋਸ਼ ਗਵਾ ਦਿੰਦੇ ਹਾਂ। ਵਾਰ-ਵਾਰ ਸਟੇਜਾਂ ਤੋਂ ਵੀ ਇਹੀ ਗੱਲ ਹੋਈ ਹੈ। ਸੋ ਮੇਰਾ ਵੀਰ ਇਹਨਾਂ 2-4 ਗੱਲਾਂ ਦਾ ਤੁਸੀਂ ਧਿਆਨ ਰੱਖਿਓ। ਧੰਨਵਾਦ ਸਾਰਿਆਂ ਦਾ। ਹੁਣ ਆਪਾਂ 2 ਜਕਾਰੇ ਤੇ 2 ਨਾਰੇ ਬੁਲਾਵਾਂਗੇ, ਬੁਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ, ਚੜ੍ਹਦੀ ਕਲਾ 'ਚ ਰਹਿਣਾ, ਜਿੱਤ ਯਕੀਨੀ ਆ। ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ, ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਬਹੁਤ ਮੁੰਡੇ ਨੌਜਵਾਨ ਬਜ਼ੁਰਗ ਪੁੱਛਦੇ ਨੇ ਕਿ ਕੀ ਬਣੂ, ਕੋਈ ਅੱਗੇ ਪ੍ਰੋਗਰਾਮ ਕਿਉਂ ਨਹੀਂ ਆਪਾਂ ਦੇ ਰਹੇ। ਦੇਖੋ ਭਰਾਵੋ, ਪਗੜੀ ਸੰਭਾਲ ਜੱਟਾ ਜਦੋਂ ਲਹਿਰ ਚੱਲੀ ਆ ਨਾ, ਕਹਿੰਦੇ 9 ਮਹੀਨੇ ਲੰਬੀ ਚੱਲੀ ਸੀ, ਤੇ ਉਦੋਂ ਦਾ ਲੋਕਾਂ ਕੋਲੇ ਇੰਨੇ ਸਾਧਨ ਵੀ ਨਹੀਂ ਸੀ। ਲੋਕਾਂ ਕੋਲੇ ਨਾ ਕੋਈ ਮਸ਼ੀਨਰੀ ਸੀ, ਨਾ ਕੋਈ ਇੰਨੇ ਨੈਟਵਰਕ ਦੇ ਸਾਧਨ ਸੀਗੇ ਜਿਹਦੇ ਨਾਲ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾ ਸਕਦਾ, ਸੁਨੇਹਾ ਦਿੱਤਾ ਜਾ ਸਕਦਾ। ਪਰ 9 ਮਹੀਨੇ ਲੋਕਾਂ ਨੇ ਲੰਬਾ ਚੱਲ ਕੇ ਜਿਹੜੀ ਹਕੂਮਤ ਸੀਗੀ ਅੰਗਰੇਜ਼ਾਂ ਦੀ, ਉਹਨੂੰ ਗੋਡੇ ਭਾਰ ਕਰ ਲਿਆ ਸੀ। ਆਪਾਂ ਐਡਾ ਛੇਤੀ ਨਾ ਕੋਈ ਆਪਾਂ ਕਹਿਆ ਕਰਕੇ ਵੀ ਯਾਰ ਕੀ ਕਰੂ ਬਾਈ, ਹੁਣ ਬਹੁਤ ਸਮਾਂ ਹੋ ਗਿਆ, ਮਹੀਨਾ ਹੀ ਹੋਇਆ ਨਾ। ਮਹੀਨੇ ਦੇ ਵਿੱਚ ਤੁਹਾਡਾ ਅੰਦੋਲਨ ਅੱਜ ਦੁਨੀਆ ਭਰ 'ਚ ਪਹੁੰਚ ਗਿਆ। ਦੁਨੀਆ ਦੇ ਵੱਡੇ ਵੱਡੇ ਬੰਦੇ, ਚਾਹੇ ਉਹ ਵਿਗਿਆਨੀ ਹੋਣ, ਚਾਹੇ ਉਹ ਕੋਈ ਵਿਦਵਾਨ ਹੋਣ, ਚਾਹੇ ਉਹ ਸਿਆਸਤਦਾਨ ਹੋਣ, ਦੁਨੀਆ ਦੇ ਵੱਡੇ ਵੱਡੇ ਬੰਦੇ ਤੁਹਾਡੇ ਅੰਦੋਲਨ ਦੇ ਹੱਕ 'ਚ ਆ ਕੇ ਬੋਲਣ ਲੱਗ ਗਏ ਹੈ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਇਕੱਠੇ ਹੋ ਗਏ ਹਾਂ, ਸਾਡੇ ਸਿਰ ਜੁੜ ਗਏ ਨੇ। ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਹੋਇਆ, ਇੱਕ ਸਬੱਬ ਬਣਿਆ ਹੋਇਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਤੇ ਹੋਰ ਸੂਬੇ ਦੇ ਲੋਕਾਂ ਨੂੰ। ਪਰ ਇੰਨੀ ਬੇਨਤੀ ਮੈਂ ਸਟੇਜ ਤੋਂ ਜ਼ਰੂਰ ਕਹੂੰਗਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਧਿਆਨ 'ਚ ਲਿਆਂਦਾ, ਇਹ ਸੁਝਾਅ ਦਿੱਤਾ ਹੈ ਕਿ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਜ਼ਰੂਰ ਦਿੱਤਾ ਜਾਵੇ, ਕਿਉਂਕਿ ਵੱਡੀ ਮੰਗ ਜਿਹੜੀ ਇਹ ਹੈਗੀ ਆ ਰਹੀ ਆ ਮਗਰੋਂ ਲੋਕਾਂ ਦੇ ਵਿੱਚੋਂ, ਸੰਗਤ ਦੇ ਵਿੱਚੋਂ, ਨੌਜਵਾਨਾਂ ਦੇ ਵਿੱਚੋਂ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਲੀਕ ਕੇ ਦਿੱਤਾ ਜਾਵੇ। ਕਈ ਵਾਰੀ ਨਾ ਖੜੋਤ ਜੀ ਆ ਜਾਂਦੀ ਹੈ ਜਦੋਂ, ਤੇ ਨਿਰਾਸ਼ਤਾ ਫੈਲਣੀ ਸ਼ੁਰੂ ਹੋ ਜਾਂਦੀ ਹੈ। ਨਿਰਾਸ਼ਤਾ ਆਪਾਂ ਲੈ ਕੇ ਨਹੀਂ ਆਉਣੀ, ਖੜੋਤ ਵੀ ਟੁੱਟਣੀ ਚਾਹੀਦੀ ਹੈ। ਅਸੀਂ ਫਤਿਹਗੜ੍ਹ ਸਾਹਿਬ ਜਾ ਕੇ ਆਏ ਹਾਂ, ਨਤਮਸਤਕ ਵੀ ਹੋ ਕੇ ਆਏ ਹਾਂ, ਲੋਕਾਂ ਨੂੰ ਅਪੀਲ ਵੀ ਕਰਕੇ ਆਏ ਹਾਂ ਕਿ ਵੱਧ ਤੋਂ ਵੱਧ ਉੱਥੇ ਪਹੁੰਚੋ। ਪਰ ਖੁਸ਼ੀ ਦੀ ਗੱਲ ਉੱਥੇ ਇਹ ਦੇਖਣ ਨੂੰ ਮਿਲੀ ਕਿ ਹਰ ਨੌਜਵਾਨ, ਹਰ ਬਜ਼ੁਰਗ, ਹਰ ਮਾਤਾ, ਹਰ ਭੈਣ,
ਹਰ ਬੱਚੇ ਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਆਵਾਜ਼ ਆ, ਇੱਕੋ ਹੀ ਨਾਅਰਾ ਹੈ, ਉਹ ਆ ਦਿੱਲੀ ਚਲੋ, ਦਿੱਲੀ ਚਲੋ, ਦਿੱਲੀ ਨੂੰ ਹਰਾ ਕੇ ਆਉਣਾ, ਦਿੱਲੀ ਨੂੰ ਹਰਾ ਕੇ ਆਉਣਾ। ਇਹ ਬਹੁਤ ਵਧੀਆ ਗੱਲ ਹੋ ਰਹੀ ਹੈ। ਤੇ ਇੱਥੋਂ ਮੈਂ ਵਾਰ-ਵਾਰ ਇਹੀ ਕਹਿਣਾ ਹੁੰਦਾ ਕਿ ਕਦੇ ਵੀ ਮਨ ਦੇ ਵਿੱਚ ਇਹ ਗੱਲ ਨਾ ਲੈ ਕੇ ਆਇਓ ਕਿ ਯਾਰ ਲੰਬਾ ਜਾਈ ਜਾਂਦਾ ਹੈ, ਲੰਬਾ ਜਾਈ ਜਾਂਦਾ, ਇੱਥੇ ਦਾ ਕੁਝ ਬਣਨਾ ਨਹੀਂ। ਭੁੱਲ ਜਾਓ, ਕੋਈ ਗੱਲ ਨਹੀਂ। ਹਿੱਲੀ ਹੋਈ ਆ ਸਰਕਾਰ ਅੰਦਰੋਂ, ਉਹ ਵੀ ਆਪਣਾ ਸਬਰ ਪਰਖ ਰਹੇ ਨੇ, ਆਪਣਾ ਇਮਤਿਹਾਨ ਲੈ ਰਹੇ ਨੇ। ਆਪਾਂ ਸਬਰ ਬਣਾਈ ਰੱਖਣਾ, ਇਸ ਇਮਤਿਹਾਨ ਦੇ ਵਿੱਚੋਂ ਆਪਾਂ ਪਾਸ ਹੋ ਕੇ ਨਿਕਲਣਾ। ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਮੇਰਾ ਵੀਰ ਕਬੂਲ ਕਰਿਓ। ਬਾਕੀ ਕੱਲ ਨੂੰ ਮੀਟਿੰਗ ਹੈਗੀ ਜਥੇਬੰਦੀਆਂ ਦੀ, ਤੁਹਾਨੂੰ ਪਤਾ ਹੀ ਲੱਗ ਜਾਣਾ ਹੈ। ਇੱਕ ਮੈਂ ਹੋਰ ਅਪੀਲ ਕਰਦਾ, ਪਹਿਲਾਂ ਵੀ ਤੁਹਾਨੂੰ ਕੀਤੀ ਸੀ ਜਥੇਬੰਦੀਆਂ ਵਾਲਿਓ, ਮੈਂ ਤੁਹਾਨੂੰ ਮੀਟਿੰਗ ਦੇ ਵਿੱਚ ਅੱਜ ਤੋਂ 12 ਦਿਨ ਪਹਿਲਾਂ ਵੀ ਅਪੀਲ ਰੱਖੀ ਸੀ ਵੀ ਧੁਰ ਤੱਕ ਘੱਟੋ ਘੱਟ ਨਹੀਂ ਸਕਰੀਨਾਂ ਲਵਾ ਸਕਦੇ, ਮਾਈਕ ਸਪੀਕਰ ਜ਼ਰੂਰ ਲਵਾ ਦਿਓ, ਤਾਂ ਕਿ ਗੱਲਬਾਤ ਹੈ ਜਿਹੜੀ ਅਖੀਰ ਤੱਕ ਰਸੋਈ ਢਾਬੇ ਤੱਕ ਤੋਂ ਪਿੱਛੇ ਦਾ ਦੀ ਆਪਣੀ ਜਨਤਾ ਖੜੀ ਹੈ ਉੱਥੋਂ ਤੱਕ ਜਿਹੜੀ ਆਪਣੀ ਆਵਾਜ਼ ਪਹੁੰਚ ਜੇ। ਇਹ ਜ਼ਰੂਰ ਗੱਲਾਂ ਦਾ ਅਮਲ ਕਰਿਆ ਕਰੋ, ਉਹਨੂੰ ਫੌਰੀ ਲਾਗੂ ਕਰ ਦਿਆ ਕਰੋ। ਧੰਨਵਾਦ ਜੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਕਿਸਾਨ ਮਜ਼ਦੂਰਾਂ ਦਾ ਏਕਾ ਜਿੰਦਾਬਾਦ, ਕਿਸਾਨ ਮਜ਼ਦੂਰਾਂ ਦਾ ਏਕਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नहीं उन्होंने कुछ बातें अच्छी की हैं, कुछ इरेलीवेंट की हैं, क्योंकि वो जो ज़मीनों, सड़कों और वो जो बातें थी वो तो उनका इस वक्त कोई यहाँ मेरे ख्याल में नहीं ज़रूरत थी करने की। हाईवेज जो बनी जब उसका मौका आता उसकी बात कर लेते, लेकिन इस वक्त जो बिल का मौका था उस पर बात करते। और दूसरा जो उन्होंने नाराज़गी दिखाई है वो भी अच्छी बात नहीं थी, क्योंकि अगर वो स्टेज वाले जो कह रहे हैं सारे, उन पर भी बड़ा प्रेशर है, इतने दुनिया वहाँ पहुँची हुई है, सभी चाहते होंगे कि उन्हें मौका दिया जाए और वहाँ बोलने का वो है चाहते होंगे, तो उन्होंने सबको टाइम देना होता है, तो इन्हें उनका ख्याल रखना चाहिए था। और ये अपनी नाराज़गी ज़ाहिर नहीं करनी चाहिए थी कि कौन बंदा मेरे से नाराज़ है और वो मुझे नहीं चाहता सुनना, ये देखना जो भी है, ये ऐसी बातें नहीं होनी चाहिए। एक जो ये एक जिम्मेदारी होती है एक स्पीकर की, और एक जो अब पब्लिक में जो बात करने जा रहे हैं, तो जब आप अपनी नाराज़गी ज़ाहिर करना शुरू कर देंगे तो फिर वो लोगों ने जो आप एंड पे कह रहे हो कि निराशा फैलती है, तो निराशा तो इन चीज़ों से फैलती है कि इनके आपस में इत्तेफाक नहीं है, तो इन्होंने अब क्या करना है, आगे क्या किया जाएगा। नहीं, वो पहली वाली बात तो मैं ये कहना चाहूँगा कि असल में वो जो उन्होंने जिक्र किया ना ये सारा ज़मीनों वगैरह का, वो इस वजह से किया है कि वो जो बिल पास किया गया है उसकी उन्होंने बैकग्राउंड बताने की ज़रा एक किस्म की कोशिश की है कि असल चाल क्या है, क्या सोचा जा रहा है, मंसूबाबंदी क्या हो रही है जो फ्यूचर के लिहाज से के बाद में इनसे ज़मीनें लेके तो उस पर वो हाईवेज बना दी। हाँ, और यानी वो क्या कहते हैं अभी सस्ती ख़रीद लेंगे, ठीक है, तो क्योंकि अभी उनकी इतनी ज़्यादा वैल्यू नहीं है, लेकिन 5-10 सालों में क्योंकि मंसूबा इतना बड़ा है और उसके वो फिर साथ और भी चीज़ें आएंगी, तो वो यानी बिलियंस में चला जाएगा वो प्रोजेक्ट जो लगाएंगे ये सारे के सारे, तो उनकी वैल्यूज़ बहुत ज़्यादा बढ़ जानी है। तो वो एक किस्म की उन्होंने वो दूर अंदेशी एक किस्म की उन्होंने बताई है कि अभी रुक जाओ, अभी ये काम ना करो। तो वो मेरे ख्याल में बिल का ही कोई उसका लिंक है, हाँ हिस्सा है, तो जिसकी वजह से वो ये काम कर रहे हैं कि अभी दबाया जा रहा है, अभी उनको ज़ाहिर है खाने पीने के उनको इनके रोका जाएगा, बेचने नहीं देंगे या जो भी जिस तरह से भी वो तंग आगे जो अभी अच्छा वो फिर तंग आए हुए होंगे, वो मजबूरी का फ़ायदा उठाएंगे, वो जो कीमत रख देंगे, उनकी तो वैसी ज़रूरत है तो वो कहेंगे अच्छा जी ठीक है जी आपने जो के दे दिया हम, वो ये चीज़ चल रही है। तो वो उससे आगाही मेरे ख्याल में जो करना चाह रहा था कि बहुत सारे लोग जैसे ये पूछते हैं कि ये कब तक चलेगा, तो बहुत सारे लोग ये भी कहते होंगे कि यार क्यों आए हुए हम, क्या हो रहा है, किस वजह से, बिल है क्या, ये क्यों, ये अच्छा फिर हुआ क्यों, इस बिल की वजह क्या बनी, हम भी जैसा हमें नहीं पता, तो वो बिल की वजह क्या बनी उसको भी मेरे ख्याल में उन्होंने बताने की कोशिश की है कि ये असल वजह है, चालाकी चल रही है सरकार, या ये उनका बेसिकली यानी कि जो उनके दिमाग में जो फ्यूचर प्लानिंग, हाँ ये चीज़ चल रही है। दूसरी चीज़ जो ये मुझे जहाँ मैं इस वीडियो के ख़ास तौर पे कहने के जो चाहूँगा बारे में, ये वीडियो मीडिया पे नहीं आनी चाहिए। वजह उसकी ये है कि
जो निराशा या जो इख्तलाफात छोटे छोटे ही हों चाहे, वो इस तरह से इसलिए नहीं आने चाहिए कि जो अपोजिशन है वो, चाहे आप असल में किसी को भी आप, चाहे वो एक छोटा मैच भी क्यों ना हो रहा हो, तो कोशिश ये होती है कि जो राइवल टीम है आप उसको अपनी कमज़ोरी नहीं दिखाते कभी भी। मुझे तो बहरहाल पता नहीं अब ये कौन है और इनका क्या स्टेटस है वहाँ पे, लेकिन मुझे 2-3 चीज़ें इनकी इसलिए इख्तलाफ हो रहा है कि एक तो उन्होंने वो खंबे तोड़ने उतारने की बात की है। भाई आप खुद ही बता रहे हैं कि आप लोगों ने खंबे तोड़े हैं, तो उनको तो मौका मिल जाएगा इसको ज़्यादा फैलाने का कि आप कह रहे हैं कि पुरअमन मुजाहरा है, तो इन्होंने तो देखे खंबे तोड़ दिए उनके, वो निकाल दिए। एक तो ये बात ये, अगर मीडिया कवरेज ना हो रही हो तो फिर अगर आप चार एक कमरे में बैठ के आप ये बातें कर रहे हो, आप वो तो ये समझ रहे हैं ना कि हम माइक पे आके भी इस तरह से हो रहा है जैसे हमारे बीच में ही रहेगी ये बात, कहीं तक जाएगी नहीं। भाई हम तक पहुंच गई तो सारी दुनिया में पहुंच गई, इसका मतलब हम तो इंडिया पाकिस्तान में है नहीं, हम तक अगर पहुंच गई तो। बच्चों को ये कहना कि आप डेक लगा के रात को करते, 24 घंटे वो बच्चे वहाँ पे पाबंद है और वो गेम है और साथ दे रहे हैं। अगर थोड़ी देर के लिए 1-2 घंटा वो अगर अपने लिए मनोरंजन कर लेते हैं तो इसके लिए मेरे ख्याल में किसी को इतराज़ भी नहीं होना चाहिए, क्योंकि ये बड़ी बात है कि वो अपने सारे काम काज छोड़ के वहाँ पहुँचे तो हुए, बैठे तो हैं, और धरने में अगर वो 24 घंटे मौजूद हैं तो उसमें अगर वो 1-2 घंटे के लिए वो अपना डेक लगा के गाने सुन लेते हैं या वो डांस कर लेते हैं तो ये तो अच्छा है। बल्कि इसको जो बुजुर्ग है उन्हें भी एंजॉय करना चाहिए अगर वो इस तरह करते हैं। नहीं वो तो चलो एक बात वाकई इस तरह की है, लेकिन इस तरह के जितने भी छोटी छोटी चीजें होती है ना, जो है ना वो जो भी इश्यूज है वो स्टेज पे आके डिस्कस, हाँ वो एक कमरे में ले जाए उनको, या एक जगह पे ले जाए, उन्हें कहें जी कि इस तरह जैसे वहाँ पे वो पंचायत टाइप सिस्टम जो होता है वो आप 4 बंदों को, बुजुर्गों को कहें जी बच्चों को ले जाए, जाके उनको कहें यार ये मसला हुआ है, इस तरह की इतने जत्थे हैं उनकी एक मीटिंग बुला के उसमें ये बात की जा सकती है कि अपने अपने लोगों को आप ये चीज़ें समझा दें, बजाय इसके कि स्टेज पे आके ये बातें आप कर रहे हैं और वो सारी वो मैं बताता हूँ असल में बात पता क्या होती है। असल में जत्थों में जिस तरह उन्होंने ये बात का जिक्र कर भी दिया है इधर कि जो स्पीकर वाली बात कि उन्होंने 4-5 दफ़ा कहा होगा कि यार ये स्पीकर वहाँ पे लगवा दें, यार ये स्पीकर आगे भी लगवा दें, अच्छा आप ये नहीं कर सकते चले वो भी कर दें। अब बात ये है जत्थों वगैरह जो है वो भी जितने उनके वसाइल हैं उन्होंने उसके दौरान ही करना, और ये स्पीकर वगैरह इतनी कोई बहुत बड़ी कोई बात नहीं है, लेकिन आपके दिमाग में एक चीज़ आ गई हुई है तो आप समझते हैं कि वो बहुत इंपॉर्टेंट है, समझ आ रही है? इसके लिए इतनी तारें चाहिए और वो आगे खंबे मैं एक बात कर रहा हूँ कि बिजली इंसान के असल में होता ही है ना कि जब उसके दिमाग में चीज़ आ जाती है ना उसको होता है कि यार ये क्यों नहीं हो रहा, तो वो उन्होंने जो होगा ना, तो अब मसला ये है कि एक जगह पे उनको प्लेटफॉर्म मिला है, वो जो उन्होंने कहा भी ना कि 8 दिनों के 10 दिनों के बाद जो अंदर थी ना वो उन्होंने कहा मैं लाइन में लग के बकायदा पूरा मैं ऊपर स्टेज पे जाके कहूँगा तो शायद तब ये चीज़ें ज़्यादा सुनी जाएंगी और पूरी होंगी। उनको ये दिमाग में नहीं आया कि सिर्फ वो वहाँ जो बैठे हुए हैं उनको नहीं आप सुना रहे, पहले तो हमें पता भी नहीं था कि ये बात हुई भी थी कि स्पीकरों, हम तो यहाँ बैठे हुए हैं कि स्पीकरों में पता चाहे 36 दफ़ा कह दिया होता किसी को भी नहीं पता चल रहा था, और जितने मसले होते थे किसी को भी नहीं पता चल रहा था। वो जितने अंदर के मसले हैं वो आप पूरी दुनिया में दिखाई जा रहे हो, ये तो अपनी इनके कमीज उठा के दिखाने वाली बात है, वो जो ये वो हरकत कर दी, गैर जिम्मेदाराना रवैया, यही कह रहा हूँ मैं, यही बात कर रहा हूँ ना। जिस टाइम पे उन्होंने मना किया था उस टाइम चुप करके उस टाइम पे चले जाना चाहिए था, अक्लमंदी ये थी। इसको इस तरह बढ़ाते, लेकिन वो बात वही है कि वो गुबार लेके आए हुए थे, वो उन्होंने निकाल दिया, लेकिन बेवकूफ़ी वो ये कर गए हैं कि अपनी अंदर की जो चीज़ें निकाल के चले गए, तो अपना पेंडा नंगा करने वाली बात है ना ये। तो पता नहीं होता ना कि जो इस तरह के जब हो रहे होते हैं उनमें से कौन जो है वो किस वो उस पे मिशन पे आया हुआ है, ये भी पता नहीं होता। जो बोलने वाला है वो किस मिशन पे है। अब ये सोचे यही लफ्ज अब ये इस्तेमाल करने वाले है ही नहीं कि निराशा या कोई इस तरह की चीज़। अब सोचें कि जो अपोजिशन नहीं जो हाँ कि 1 महीने में ही पूछना शुरू हो गए लोग कि ये कब तक चलेगा, इसका मतलब है कि वो कामयाब हो रहे हैं निराशा फैलाने में। हाँ वो जो जिनके खिलाफ ये आए हुए हैं सरकार जो है उन तक ये बात पहुंच जाए, उन्हें कहना अच्छा ये तो महीने में हो गए 10-15 दिन और, हाँ इसका मतलब हाँ इनको और खींचो, चाहे वो इस टाइम पे टूट गए होते, चाहे वो ये सोचना शुरू हो चुके होते यार ये तो अब यहाँ पे आके बैठ गए हैं, इनको जल्दी जल्दी इनका हाँ जल्दी जल्दी करो, इनका ये सुन के उन्होंने कहना है
अच्छा, इनको उनमें खींचो। निराशा फैल रही है, हाँ, खींचो उनमें- इनको। उनमें आपस में वो झगड़े हाँ, चल रहे हैं। हाँ। चलो जी, इन्होंने तो निबट जाना, हाँ। आप ही लड़ जाना। और 15 दिन में 20 दिनों में इन्होंने आपस में फूट पड़ जानी है। बहरहाल मैंने इन्होंने आज चले तक जाना। जितनी तकरीरें सुनी है, मुझे सिर्फ इस तकरीर को सबसे सुन के बेवकूफाना लगी। हाँ, अफसोस हुआ, हाँ। बाकायदा अफसोस हुआ। हम्म, फरमाइश थी, हम तो नहीं जानते नहीं थे, नहीं तो हम कभी ना सुनते इसको। लेकिन चले देखिए आप भी, आपका जो इस बारे में राय होगी वो भी हमें पता हमें चलेगा बताएं कि हम सही ऐसा हैं या होना नहीं। चाहिए था ऐसे कि नहीं, हमें तो नहीं लगता, अकल यही कहती है, बाकी आगे तुसी आप समझदार कोई नहीं। तो मिलते हैं अगली वीडियो में, तब तक के लिए अपना ख्याल रखें, दुआ में याद रखें। रब रब। अल्लाह हाफिज़।